ਮੰਤਰੀ ਮਨੋਹਰ ਲਾਲ ਵੱਲੋਂ ਆਪਣੇ ਵਿਵਾਦਿਤ ਬਿਆਨ ਤੇ ਸਫਾਈ ਦਿੱਤੀ ਗਈ ਹੈ। ਮਨੋਹਰ ਲਾਲ ਦਾ ਕਹਿਣਾ ਹੈ ਕਿ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਜੋ ਚਲਾ ਗਿਆ ਉਹ ਵਾਪਸ ਨਹੀਂ ਆ ਸਕਦਾ। ਸੋ ਸਧਾਰਨ ਗੱਲ ਤੇ ਬਵਾਲ ਖੜਾ ਕਰ ਦਿੱਤਾ ਗਿਆ। ਕੋਰੋਨਾ ਮਰੀਜ਼ਾਂ ਦੀ ਮੌਤ ਦਾ ਮੈਨੂੰ ਪੂਰਾ ਦੁੱਖ ਹੈ। ਮਨੋਹਰ ਲਾਲ ਖੱਟਰ ਹਰਿਆਣਾ ਦੇ ਮੁੱਖ ਮੰਤਰੀ ਜਿਨ੍ਹਾਂ ਵੱਲੋਂ ਕੱਲ੍ਹ ਇਹ ਬਿਆਨ ਦਿੱਤਾ ਗਿਆ ਸੀ ਕਿ ਸ਼ੋਰ ਮਚਾਉਣ ਨਾਲ ਗਏ ਹੋਏ ਵਿਅਕਤੀ ਜ਼ਿੰਦਾ ਨਹੀਂ ਹੋ ਜਾਣਗੇ, ਤਾਂ ਅੱਜ ਉਹਨਾਂ ਨੇ ਸਫਾਈ ਦਿੱਤੀ ਹੈ ਇਸ ਤੇ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ पेश किया गया। मैं ये कहा सी कि जो चला गया वो वापस नहीं आ सकता और मैनू कोरोना मरीजों की मौत से गहरा दुख है। ते मुख्यमंत्री मनोहर लाल खट्टर ने कल की कहा सी वो भी असीं तुहानूं सुणाउंदे हां। आंकड़ा जो है ना जो मौत हो रही है डेली उसका आंकड़ा नहीं कर रहे हैं। और पीआरओ का ये कहना है कि हम भाईचारे में मीडिया को देते हैं, हमारी जनता के प्रति कोई जवाबदेही नहीं है। ऐसी बात क्या जवाबदेही नहीं है जनता के प्रति कि हम सिर्फ डेली 20-22 डेथ हो रही है, लेकिन कोई डाटा किसी तरह की कोई जानकारी नहीं दी जा रही। कम से कम साथ साथ ये भी बात है, देखिए जिस प्रकार का ये संकट आया है, इस संकट में हमको डाटा के साथ नहीं खेलना है। हमको लोगों का कैसे स्वास्थ्य ठीक हो, कैसे उनको हम राहत पहुंचा सकें, सारा ध्यान हमारा सब उधर ही होना चाहिए। अब जिसकी डेथ हो गई है वो वापस हमारे शोर मचाने से जीवित होता नहीं है। हम हर संभव प्रयत्न करेंगे कि कमी के कारण से अगर एक भी व्यक्ति की मृत्यु होती तो हमें बहुत दुख होता है। तो हम व्यवस्थाओं को बना रहे हैं, एक एक करके आगे कर रहे हैं। और मीडिया के मित्रों ने कुछ इस प्रकार के प्रश्न कर दिए कि आंकड़े नहीं मिल रहे, डाटा नहीं मिल रहा, ये नहीं हो रहा, वो नहीं हो रहा। तो उसमें से एक वाक्य मेरे मुंह से जरूर निकला और वो कोई मैंने अपनी ओर से बोला ऐसा नहीं है। सामान्यतः लोग कहते हैं कि जो चला गया है अब उसको वापस नहीं ला सकते। तो मात्र इतनी बात थी कि हमारे शोर मचाने से कोई वापस आने वाला तो नहीं है। हम तो जो हमारे पास हैं, उपलब्ध हैं, उनका जिनकी बीमारी है उनको दूर करने के लिए एक एक व्यक्ति की हमको चिंता करनी है कि उसकी जान बचे। ਤੇ ਉਧਰ ਬਾਲੀਵੁੱਡ ਅਦਾਕਾਰ ਜਿਮੀ ਸ਼ੇਰਗਿੱਲ ਦੇ ਖਿਲਾਫ ਲੁਧਿਆਣਾ 'ਚ ਐਫਆਈਆਰ ਦਰਜ ਹੋਈ ਹੈ। ਫਿਲਮ ਦੇ ਪੂਰੇ ਕਰੂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ। ਕੋਵਿਡ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਹੈ, ਇਸੇ ਨੂੰ ਲੈ ਕੇ ਐਫਆਈਆਰ ਹੋਈ ਹੈ। ਦਰਅਸਲ ਲੁਧਿਆਣਾ ਦੇ ਵਿੱਚ ਜਿਮੀ ਸ਼ੇਰਗਿੱਲ ਸ਼ੂਟਿੰਗ ਕਰ ਰਹੇ ਸੀ। ਦੇਰ ਰਾਤ ਕਰਫਿਊ ਦੇ ਟਾਈਮ ਤੋਂ ਬਾਅਦ ਵੀ ਸ਼ੂਟਿੰਗ ਚੱਲ ਰਹੀ ਸੀ, ਜਿਸ ਕਰਕੇ ਇਹ ਮਾਮਲਾ ਜਿਮੀ ਸ਼ੇਰਗਿੱਲ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਸੀ ਉਸ ਤੇ ਦਰਜ ਕੀਤਾ ਗਿਆ ਹੈ। ਸ਼ੂਟਿੰਗ ਦੇ ਵਿੱਚ ਨਿਯਮਾਂ ਦੀ ਅਣਦੇਖੀ ਕੀਤੀ ਗਈ, ਸੋਸ਼ਲ ਡਿਸਟੈਂਸਿੰਗ ਦੀ ਅਣਦੇਖੀ ਕੀਤੀ ਗਈ, ਮਾਸਕ ਨਹੀਂ ਪਾਏ ਗਏ ਸੀ ਜਿਹੜਾ ਫਿਲਮ ਦਾ ਕਰੂ ਸੀ। ਇਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਮੀ ਸ਼ੇਰਗਿੱਲ ਤੇ ਇਹ ਐਕਸ਼ਨ ਲਿਆ ਗਿਆ ਹੈ। ਸੋ ਲੁਧਿਆਣਾ ਦੇ ਵਿੱਚ ਜਿਮੀ ਸ਼ੇਰਗਿੱਲ ਇੱਕ ਵੈਬ ਸੀਰੀਜ਼ ਦੀ ਸ਼ੂਟਿੰਗ ਕਰ ਰਹੇ ਸੀ ਔਰ ਉਸ ਵੈਬ ਸੀਰੀਜ਼ ਦੀ ਸ਼ੂਟਿੰਗ ਮੌਕੇ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਤਲਾਹ ਮਿਲੀ ਕਿ ਉੱਥੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ, ਤਾਂ ਉੱਥੇ ਟੀਮਾਂ ਪਹੁੰਚੀਆਂ, ਉਹਨਾਂ ਵੱਲੋਂ ਚਲਾਨ ਵੀ ਕੱਟਿਆ ਗਿਆ। ਪਰ ਅਗਲੇ ਦਿਨ ਦੁਬਾਰਾ ਜਦੋਂ ਸ਼ੂਟਿੰਗ ਚੱਲ ਰਹੀ ਸੀ ਉਸ ਵੇਲੇ ਫਿਰ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਤਾਂ ਉਸ ਵੇਲੇ ਫਿਰ ਪ੍ਰਸ਼ਾਸਨ ਵੱਲੋਂ, ਪੁਲਿਸ ਵੱਲੋਂ ਜਿਮੀ ਸ਼ੇਰਗਿੱਲ ਤੇ ਉਹਨਾਂ ਦੀ ਜਿਹੜੀ ਟੀਮ ਸੀ, ਕਰੂ ਸੀ, ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਅੰਮ੍ਰਿਤਸਰ ਦੀ ਇੱਕ ਕੰਪਨੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਰੈਮਡੀਸਿਵਰ ਦਵਾਈ ਓਪਨ ਮਾਰਕੀਟ 'ਚ ਵੇਚਣ ਦੀ ਇਜਾਜ਼ਤ ਦੇਵੇ। ਕੁਆਲਿਟੀ ਫਰਮਾਂ ਦੇ ਮਾਲਕ ਰਮੇਸ਼ ਅਰੋੜਾ ਦੇ ਮੁਤਾਬਕ ਦੇਸ਼ ਦੀਆਂ 80 ਕੰਪਨੀਆਂ ਨੂੰ ਇਹ ਦਵਾਈ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਨਾਲ ਦਵਾਈ ਦੀ ਕਾਲਾਬਾਜ਼ਾਰੀ ਤੇ ਰੋਕ ਲੱਗੇਗੀ। ਕੰਪਨੀ ਨੇ ਕੋਲ ਪਏ ਸਟਾਕ ਦੀ ਲੁੱਟ ਦਾ ਵੀ ਖਦਸ਼ਾ ਜਤਾਇਆ ਹੈ, ਇਸ ਲਈ ਫੈਕਟਰੀ ਦੀ ਸੁਰੱਖਿਆ ਵਧਾਉਣ ਦੀ ਵੀ ਉਹਨਾਂ ਵੱਲੋਂ ਗੱਲ ਕਹੀ ਗਈ ਹੈ। ਐਕਸਪੋਰਟ ਤੇ ਰੋਕ ਲੱਗਣ ਕਰਕੇ ਕੰਪਨੀ ਕੋਲ ਦਵਾਈ ਦਾ ਸਟਾਕ ਜਮ੍ਹਾਂ ਹੈ। की वजह से रेमडेसिविर की शॉर्टेज चल रही है। तो इंडिया में रेमडेसिविर एक पेटेंट ड्रग है जो गिलेड की पेटेंट है और गिलेड कंपनीज को ही मार्केट करने की परमिशन है। तो गवर्नमेंट को हमने डिमांड करी है कि वो जो है पेटेंट लॉ का 61 नंबर 66 है, 66 जो क्लास एक्सप्लोर करें इन द इंटरेस्ट ऑफ पब्लिक और पेंडेमिक में वो क्लास
रिवोक की जा सकती है। तो सभी को परमिशन दें रेमडेसिविर बनाने के लिए। तो आपके अलावा कुल कितनी ऐसी कंपनीज हैं जो ये तैयार करती हैं? एक्चुअली रेमडेसिविर तो नहीं वो तैयार करती, लेकिन उनकी कैपेसिटी है तैयार करने की, सरकार की वजह से नहीं करती, सरकार की पॉलिसी की वजह से नहीं करती। अच्छा, यानी कि आपने ये मांग की है कि हमें भी जो है उसको तैयार करने की और डोमेस्टिक उसकी जो सेल है उसकी अनुमति देनी, हमें भी दें और दूसरों को भी दें। आफ्टर ऑल चीजें सस्ती होंगी, मतलब इतने महंगे महंगे टीके बिकना कोई ठीक बात तो नहीं। जो 800-900 रुपए की कॉस्ट करने वाला टीका है वो चलो 1200 रुपए में बेच दे कंपनी, थोड़ा प्रॉफिट ज्यादा ले ले इस टाइम पे, पर ये तो नहीं ना 20-20 हजार रुपए में बेचो, 40 हजार रुपए में बेचो और लोगों का सौदा करो इस तरह का। अगर ये ਰਾਜੀਵ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਇਸ ਤੇ ਹੋਰ ਗੱਲਬਾਤ ਦੇ ਲਈ। ਰਾਜੀਵ, ਦਵਾਈਆਂ ਨੂੰ ਲੈ ਕੇ ਇਸ ਤਰੀਕੇ ਦੀ ਬਹੁਤ ਜਿਹੜੀ ਸ਼ਾਰਟੇਜ ਹੈ ਉਹ ਦੇਖਣ ਨੂੰ ਮਿਲ ਰਹੀ ਹੈ, ਖਾਸ ਤੌਰ ਤੇ ਜਿਹੜਾ ਇੰਜੈਕਸ਼ਨ ਦਾ ਇਹ ਜ਼ਿਕਰ ਕਰ ਰਹੇ ਸੀ ਜਿਹੜੇ ਉਦਯੋਗਪਤੀ ਨੇ ਜਿਨ੍ਹਾਂ ਦੀ ਫਰਮਾ ਕੰਪਨੀ ਹੈ। ਸੋ ਇਸ ਦੇ ਵਿੱਚ ਇੱਕ ਸਵਾਲ ਬੜਾ ਵੱਡਾ ਹੈ, ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ 800-900 ਰੁਪਏ ਦਾ ਇੰਜੈਕਸ਼ਨ ਹੈ, ਸੋ 20,000 ਰੁਪਏ ਦਾ ਜਾਂ ਉਸ ਤੋਂ ਵੀ ਜ਼ਿਆਦਾ ਮਹਿੰਗੇ ਮੁੱਲ ਤੇ ਉਹ ਵੇਚਿਆ ਜਾ ਰਿਹਾ ਲੋੜਵੰਦਾਂ ਨੂੰ। ਸੋ ਇਸ ਨੂੰ ਲੈ ਕੇ ਗਵਰਨਮੈਂਟ ਨੂੰ ਇਹ ਕੋਈ ਪਾਲਿਸੀ ਦੇ ਵਿੱਚ ਬਦਲਾਵ ਕਰਨ ਦੀ ਜ਼ਰੂਰਤ ਹੈ। ਥੋੜੀ ਜਿਹੀ ਕਲੈਰਿਟੀ ਚਾਹਾਂਗੇ, ਇਹ ਕੀ ਕਹਿਣਾ ਚਾਹ ਰਹੇ ਸੀ ਕਿ ਇਹਨਾਂ ਕੋਲੇ ਕੋਈ ਬਹੁਤ ਵੱਡਾ ਸਟਾਕ ਪਿਆ ਹੈ, ਕਿਸੇ ਨੂੰ ਦੇ ਨਹੀਂ ਸਕਦੇ? जी हाँ बिल्कुल विजय, जेकर स्टॉक की गल करिए तो उन्होंने कहना कि सिर्फ साडे कोल नहीं बल्कि देश दियां 80 ऐसियां कंपनियां ने जिहड़ियां कि एंटीवायरल ਜਿਹੜਾ ਇਸ ਇੰਜੈਕਸ਼ਨ ਦੀ ਗੱਲ ਹੋ ਰਹੀ ਹੈ, ਐਂਟੀਵਾਇਰਲ ਡੋਜ਼ ਹੈ, ਤਾਂ ਇਸ ਨੂੰ ਤਿਆਰ ਕਰਕੇ ਇਹ ਬਾਹਰਲੇ ਮੁਲਕਾਂ ਦੇ ਵਿੱਚ ਕਰੀਬ 70 ਮੁਲਕਾਂ ਦੇ ਵਿੱਚ ਇਹਨਾਂ ਤੋਂ ਵੱਲੋਂ ਜਿਹੜੀ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਹੋਣ ਜਾਂ ਇੰਜੈਕਸ਼ਨ ਹੋਣ ਤਾਂ ਉਹ ਐਕਸਪੋਰਟ ਕੀਤੇ ਜਾਂਦੇ ਨੇ। ਤਾਂ ਇਹਨਾਂ ਦੀ ਇਹ ਮੰਗ ਹੈ ਕਿ ਕੇਂਦਰ ਸਰਕਾਰ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ। ਤਾਂ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹਨਾਂ ਨੂੰ ਕਿਉਂ ਜ਼ਰੂਰਤ ਪਈ? ਕੁਝ ਦਿਨ ਪਹਿਲਾਂ ਇਹਨਾਂ ਦੇ ਇਸ ਇੰਜੈਕਸ਼ਨ ਦੀ ਜਿਹੜੀ ਵੀਡੀਓ ਹੈ ਜਾਂ ਇੱਕ ਫੋਟੋ ਹੈ ਵਾਇਰਲ ਕਰ ਦਿੱਤੀ ਗਈ ਔਰ ਲੋਕਾਂ ਵੱਲੋਂ ਇਹਨਾਂ ਨੂੰ ਫੋਨ ਕਾਲਸ ਆਈਆਂ ਇਸ ਤਰੀਕੇ ਦੀਆਂ ਕਿ ਜੇਕਰ ਤੁਹਾਡੇ ਕੋਲ ਇਹ ਇੰਜੈਕਸ਼ਨ ਹੈ ਔਰ ਅੰਮ੍ਰਿਤਸਰ ਦੇ ਵਿੱਚ ਇਸ ਨੂੰ ਬਣਾਇਆ ਜਾਂਦਾ ਤਾਂ ਤੁਸੀਂ ਕਿਉਂ ਨਹੀਂ ਇਸ ਨੂੰ ਮਾਰਕੀਟ ਦੇ ਵਿੱਚ ਵੇਚਦੇ? ਹਾਲਾਂਕਿ ਉਸ ਦੇ ਪਿੱਛੇ ਕਾਰਨ ਇਹ ਹੈ ਕਿ ਭਾਰਤ ਸਰਕਾਰ ਵੱਲੋਂ ਸਿਰਫ 7 ਕੰਪਨੀਆਂ ਨੂੰ ਹੀ ਪੇਟੈਂਟ ਕੀਤਾ ਗਿਆ ਜੋ ਕਿ ਭਾਰਤ ਦੇ ਵਿੱਚ ਇਹ ਜਿਹੜਾ ਇੰਜੈਕਸ਼ਨ ਹੈ ਜਾਂ ਐਂਟੀਵਾਇਰਲ ਇਸ ਨੂੰ ਡੋਜ਼ ਕਹੀਏ ਤਾਂ ਇਸ ਦੀ ਸਪਲਾਈ ਜਿਨ੍ਹਾਂ ਨੂੰ ਕਰਨ ਦੀ ਅੱਜ ਹੈ। ਤਾਂ ਇਹਨਾਂ ਦਾ ਕਹਿਣਾ ਕਿ ਜੇਕਰ ਭਾਰਤ ਸਰਕਾਰ ਸਾਨੂੰ ਵੀ ਪਰਮਿਸ਼ਨ ਦਿੰਦੀ ਹੈ ਤਾਂ ਲੋਕਾਂ ਦਾ ਕਿਤੇ ਨਾ ਕਿਤੇ ਇੱਕ ਵੱਡਾ ਫਾਇਦਾ ਇਸ ਦੇ ਵਿੱਚ ਹੋ ਸਕਦਾ, ਕਿਉਂਕਿ 800 ਰੁਪਇਆ ਜਿਹੜਾ ਇਹਨਾਂ ਦਾ ਕਹਿਣਾ ਕਿ ਇਹ ਕਾਸਟ ਕਰਦੀ ਹੈ ਇਹ ਜਿਹੜੀ ਦਵਾਈ ਹੈ। ਤਾਂ ਜੇਕਰ ਲੋਕਾਂ ਨੂੰ 20,000 ਜਾਂ ਇਸ ਤੋਂ ਵੱਧ, ਤਾਂ ਜੇਕਰ ਮੈਂ ਜ਼ਿਕਰ ਕਰਾਂ ਕਿ ਜਦੋਂ ਕੋਰੋਨਾ ਵਾਇਰਸ ਦੀ ਜਦੋਂ ਸ਼ੁਰੂਆਤ ਹੋਈ ਸੀ ਤਾਂ ਉਸ ਵੇਲੇ ਲੱਖ ਰੁਪਏ ਤੱਕ ਹੀ ਇਹ ਇੰਜੈਕਸ਼ਨ ਜੋ ਹੈ ਲੋਕਾਂ ਨੇ ਖਰੀਦਿਆ। ਤਾਂ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਹੋ ਰਹੀ ਲੁੱਟ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਵਾਲੇ ਪਾਸੇ ਗੌਰ ਕਰਨ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਜਿਹੜੀ ਇਹ ਇੱਕ ਸਸਤੀ ਦਵਾਈ ਹੈ ਜੋ ਐਂਟੀਵਾਇਰਲ ਡੋਜ਼ ਹੈ ਉਹ ਹਜ਼ਾਰਾਂ ਰੁਪਏ ਜਾਂ ਲੱਖਾਂ ਰੁਪਏ ਖਰਚ ਕਰਨ ਦੀ ਬਜਾਏ ਕੁਝ ਹੀ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ 1000, 1200 ਜਾਂ 1500 ਵੱਧ ਤੋਂ ਵੱਧ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਕੰਪਨੀ ਜ਼ਿਆਦਾ ਮੁਨਾਫਾ ਕਮਾਉਣਾ ਵੀ ਚਾਹੁੰਦੀ ਹੈ ਤਾਂ 2000 ਰੁਪਏ ਤੱਕ ਵੀ ਜੇਕਰ ਇਸ ਨੂੰ ਵੇਚੇ ਤਾਂ ਗਰੀਬ ਜਾਂ ਜ਼ਰੂਰਤਮੰਦ ਲੋਕ ਜਿਹੜੇ ਨੇ ਉਹ ਲੁੱਟ ਤੋਂ ਬਚਾਏ ਜਾ ਸਕਦੇ ਨੇ। ਤਾਂ ਅੰਮ੍ਰਿਤਸਰ ਦੀ ਇਹ ਕੰਪਨੀ ਹੈ, ਅੰਮ੍ਰਿਤਸਰ ਤੋਂ ਇਲਾਵਾ ਕਰੀਬ ਦੇਸ਼ ਦੀਆਂ ਕੁੱਲ 80 ਦੇ ਕਰੀਬ ਐਸੀਆਂ ਕੰਪਨੀਆਂ ਨੇ ਜਿਹੜੀਆਂ ਦਵਾਈਆਂ ਤਿਆਰ ਕਰ ਰਹੀਆਂ ਨੇ ਔਰ ਉਹਨਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਭਾਰਤ ਸਰਕਾਰ ਇਹਨਾਂ ਦੀ ਇਸ ਮੰਗ ਤੇ ਗੌਰ ਕਰੇਗੀ ਔਰ ਲੋਕਾਂ ਦੀ ਜਿਹੜੀ ਹੋ ਰਹੀ ਲੁੱਟ ਹੈ ਉਸ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਠੀਕ ਹੈ, ਧੰਨਵਾਦ ਰਾਜੀਵ ਇਸ ਜਾਣਕਾਰੀ ਦੇ ਲਈ, ਇਸ ਗੱਲਬਾਤ ਦੇ ਲਈ। ਰੈਮਡੀਸਿਵਰ ਜਿਸ ਦੀ ਮਾਰੋ ਮਾਰ ਇੱਕ ਤਰੀਕੇ ਨਾਲ ਕਹੀ ਜਾ ਸਕਦੀ ਹੈ, 80 ਕੰਪਨੀਆਂ ਨੂੰ ਇਜਾਜ਼ਤ ਦੇਣ ਦੀ ਗੱਲ ਕਹੀ ਗਈ ਹੈ। ਕੁਆਲਿਟੀ ਫਰਮਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜੀਆਂ ਬਾਕੀ ਕੰਪਨੀਆਂ ਨੇ ਜਿਹੜੀਆਂ ਬਣਾ ਸਕਦੀਆਂ ਨੇ, ਜਿਨ੍ਹਾਂ ਕੋਲ ਕੈਪੈਸਿਟੀ ਹੈ, ਸਿਰਫ ਸਰਕਾਰ ਦੀਆਂ ਨੀਤੀਆਂ ਕਰਕੇ ਜਾਂ ਰੂਲਸ ਕਰਕੇ ਉਹ ਕੰਪਨੀਆਂ ਇਸ ਦਵਾਈ ਦਾ ਉਤਪਾਦਨ ਨਹੀਂ ਕਰ ਪਾ ਰਹੀਆਂ। ਇਸ ਕਰਕੇ ਸਰਕਾਰ ਨੂੰ ਆਪਣੇ ਜਿਹੜੇ ਨੋਰਮਸ ਨੇ, ਨਿਯਮ ਨੇ, ਰੂਲ ਨੇ, ਉਹਨਾਂ ਦੇ ਵਿੱਚ ਕੁਝ ਛੋਟ ਦੇਣੀ ਚਾਹੀਦੀ ਹੈ ਜਾਂ ਨਰਮੀ ਵਰਤਣੀ ਚਾਹੀਦੀ ਹੈ।